ਡੀਅਰ ਸਟੂਡੈਂਟ, ਅੱਜ ਆਪਾਂ ਕਹਾਣੀ ਸੰਸਾਰ ਦਾ 10ਵਾਂ ਪਾਠ ਆਤੂ ਖੋਜੀ। ਕਹਾਣੀਕਾਰ ਹਨ ਗੁਰਮੀਤ ਸਿੰਘ ਕੜਿਆਲਵੀ। ਪਹਿਲਾਂ ਆਪਾਂ ਕਹਾਣੀਕਾਰ ਅਤੇ ਜਿਸ ਦੇ ਆਧਾਰ 'ਤੇ ਕਹਾਣੀ ਲਿਖੀ ਗਈ ਕੁਝ ਗੱਲਾਂ ਉਹ ਦੇਖ ਲਈਏ, ਫਿਰ ਆਪਾਂ ਇਸ ਪਾਠ ਦਾ ਸਾਰ ਸ਼ੁਰੂ ਕਰਾਂਗੇ। ਆਪਣਾ ਪਾਠ ਹੈ ਜੀ ਆਤੂ ਖੋਜੀ। ਆਤੂ ਖੋਜੀ ਕਹਾਣੀ ਗੁਰਮੀਤ ਸਿੰਘ ਕੜਿਆਲਵੀ ਦੀ ਲਿਖੀ ਹੋਈ ਰਚਨਾ ਹੈ ਜੀ। ਇਸ ਕਹਾਣੀ ਵਿੱਚ ਉਸ ਦੁਖਾਂਤ ਨੂੰ ਪੇਸ਼ ਕਰਦਾ ਹੈ। ਇਹ ਕਹਾਣੀ ਉਸ ਦੁਖਾਂਤ ਨੂੰ ਪੇਸ਼ ਕਰਦੀ ਹੈ ਜਿਹੜਾ ਆਤੂ ਆਪਣੇ ਕਿੱਤੇ ਪ੍ਰਤੀ ਇਮਾਨਦਾਰ ਤੇ ਸੁਹਿਰਦ ਸੀ। ਸਮਕਾਲੀ ਭ੍ਰਿਸ਼ਟ ਸਮਾਜ ਵਿੱਚ ਆਤੂ ਇੱਕ ਵਿਅੰਗਮਈ ਸਵਾਲ ਖੜਾ ਕਰਦਾ ਹੈ। ਇਹ ਕਹਾਣੀ ਸਿੱਧੇ ਰੂਪ ਵਿੱਚ ਸਾਡੀਆਂ ਸਮਾਜਿਕ ਸੰਸਥਾਵਾਂ ਵਿੱਚ ਕਾਰਜਸ਼ੀਲ ਧਿਰਾਂ ਦੀ ਪ੍ਰਤੀਬੱਧਤਾ ਨੂੰ ਪ੍ਰਗਟ ਕਰਦੀ ਹੋਈ ਉਹਨੂੰ ਕੱਢਦੀ ਹੈ। ਇਹ ਕਹਾਣੀ ਸਾਨੂੰ ਆਪਣੇ ਅੰਦਰ ਝਾਤ ਮਾਰਨ ਲਈ ਮਜਬੂਰ ਕਰਦੀ ਹੈ। ਆਤੂ ਖੋਜੀ। ਆਤੂ ਖੋਜੀ ਤੇ ਮਾਸਟਰ। ਆਤੂ ਇੱਥੇ ਇੱਕ ਬੰਦੇ ਦਾ ਨਾਂ ਹੈ ਜਿਹਦਾ ਕੰਮ ਸੀ ਖੋਜ ਕਰਨਾ, ਜਿਹੜਾ ਕਿ ਪੁਰਾਣੇ ਸਮੇਂ ਦੇ ਵਿੱਚ ਜੇਕਰ ਕਿਸੇ ਦੀ ਚੋਰੀ ਹੋ ਜਾਂਦਾ, ਕੋਈ ਨੁਕਸਾਨ ਹੋ ਜਾਂਦਾ ਤਾਂ ਉਹ ਬੰਦੇ ਦੀਆਂ ਪੈੜਾਂ ਲੱਭਣ ਦਾ ਕੰਮ ਕਰਦਾ ਸੀ। ਉਹ ਬੰਦੇ ਦੇ ਪੈਰ ਦੇ ਨਿਸ਼ਾਨ ਦੇਖ ਕੇ ਦੱਸ ਦਿੰਦਾ ਸੀ ਵੀ ਉਹ ਕਿੱਥੋਂ ਆਇਆ ਸੀ, ਕਿਹੜੇ ਪਿੰਡ ਦਾ ਸੀ, ਕਿੱਥੇ ਹੈ। ਤਾਂ ਆਤੂ ਖੋਜੀ ਤੇ ਮਾਸਟਰ ਦੋਵੇਂ ਆੜ 'ਤੇ ਬੈਠੇ ਗੱਲਾਂ ਕਰ ਰਹੇ ਹਨ ਤੇ ਨਾਲ ਸ਼ਰਾਬ ਪੀ ਰਹੇ ਹਨ। ਮਾਸਟਰ ਆਤੂ ਨੂੰ ਹੋਰ ਸ਼ਰਾਬ ਪੀਣ ਲਈ ਕਹਿੰਦਾ ਹੈ। ਜਦੋਂ ਆਤੂ ਮਨਾ ਕਰ ਦਿੰਦਾ ਹੈ ਤਾਂ ਮਾਸਟਰ ਕਹਿੰਦਾ ਹੈ ਕਿ ਤਾਇਆ, ਤੈਨੂੰ ਕੁਝ ਨਹੀਂ ਹੁੰਦਾ, ਪੀ ਲੈ, ਤੇਰੀਆਂ ਤਾਂ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ। ਆਤੂ ਮਾਸਟਰ ਨੂੰ ਆਪਣੀ ਉਮਰ ਪੁੱਛਦਾ ਹੈ ਤਾਂ ਮਾਸਟਰ ਦਾ ਅੰਦਾਜ਼ਾ ਗਲਤ ਨਿਕਲਦਾ ਹੈ ਕਿ ਉਸ ਦੀ ਉਮਰ 80 ਦੇ ਨੇੜੇ ਹੈ। ਇਹ ਬਾਅਦ 'ਚ ਜਦੋਂ ਆਤੂ ਦੱਸਦਾ ਹੈ ਕਿ ਉਹਦੀ ਉਮਰ 80 ਦੇ ਨੇੜੇ ਹੈ ਤਾਂ ਇਹ ਜਾਣ ਕੇ ਮਾਸਟਰ ਬਹੁਤ ਹੈਰਾਨ ਹੁੰਦਾ ਹੈ। ਆਤੂ ਆਪਣੀ ਕੌਮ ਬਾਰੇ ਦੱਸਦਾ ਹੈ ਕਿ ਉਹ ਕਿੰਨੇ ਅਣਖੀ ਚੌਹਾਨ ਰਾਜਪੂਤ ਹਨ ਤੇ ਨਾ ਹੀ ਉਹ ਕਦੇ ਹੱਡ ਗੋਡੇ ਰਗੜਦੇ ਹਨ, ਸਗੋਂ ਦੀ ਤੰਦਰੁਸਤ ਰਹਿੰਦੇ ਹਨ। ਭਾਵ ਹੱਡ ਗੋਡੇ ਦਾ ਮਤਲਬ ਕਦੇ ਤਾਂ ਬਿਮਾਰ ਨਹੀਂ, ਕੋਈ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ, ਆਪਦਾ ਵਧੀਆ ਉਹਨਾਂ ਦਾ ਰਹਿਣ ਸਹਿਣ, ਵਧੀਆ ਖਾਣ ਪਾਣ, ਹਸ਼ਟ ਪੁਸ਼ਟ ਆਪਾਂ ਜਿਹਨੂੰ ਕਹਿੰਦੇ ਹਾਂ, ਵਧੀਆ ਉਹਨਾਂ ਸਰੀਰ ਤੰਦਰੁਸਤ, ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ। ਪਰ ਅੰਗਰੇਜ਼ ਸਰਕਾਰ ਉਹਨਾਂ ਦੀ ਜਾਤ ਨਾਲ ਧੱਕਾ ਕਰਦੀ ਸੀ ਤੇ ਉਹ ਅੱਜ ਵੀ ਧੱਕਾ ਆਜ਼ਾਦੀ ਤੋਂ ਬਾਅਦ ਵੀ ਚੱਲਦਾ ਆ ਰਿਹਾ ਹੈ। ਅੰਗਰੇਜ਼ਾਂ ਨੂੰ ਉਹਨਾਂ ਦੀ ਬੋਲੀ ਸਮਝ ਨਹੀਂ ਸੀ ਆਈ। ਅੰਗਰੇਜ਼ਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਕਿਤਾਬਾਂ ਪੜ੍ਹੀਆਂ, ਹਰ ਇੱਕ ਕਿਤਾਬਾਂ ਫਰੋਲ ਲਈਆਂ, ਪਰ ਇਹਨਾਂ ਦੀ ਬੋਲੀ ਉਹਨਾਂ ਨੂੰ ਸਮਝ ਨਹੀਂ ਆਈ। ਆਤੂ ਅਲੋਪ ਹੋ ਰਹੀ ਆਪਣੀ ਬੋਲੀ ਨੂੰ ਲੈ ਕੇ ਬੜਾ ਚਿੰਤਿਤ ਸੀ। ਉਸਨੇ ਦੱਸਿਆ ਕਿ ਟੇਕੂ ਤੇ ਪੇਕੂ ਦੋ ਚੋਰ ਭਰਾਵਾਂ ਦੇ ਕਰਕੇ ਉਹਨਾਂ ਦੀ ਸਾਰੀ ਕੌਮ 'ਤੇ ਪਾਬੰਦੀ ਲਾ ਦਿੱਤੀ ਗਈ। ਟੇਕੂ ਤੇ ਪੇਕੂ ਕੀ ਸੀ? ਇਹ ਦੋ ਚੋਰ ਸਨ ਜਿਨ੍ਹਾਂ ਨੇ ਫਰੀਦਕੋਟੀਆ ਰਾਜੇ ਦੀ ਅਣਖ ਭੰਨਣ ਖਾਤਰ ਉਹਦੇ ਮਹਿਲ ਦੇ ਵਿੱਚ ਚੋਰੀ ਕੀਤੀ ਸੀ ਤੇ ਜਦੋਂ ਇਹ ਚੋਰੀ ਕਰ ਲਈ ਤੇ ਫੜੇ ਗਏ ਸੀ ਤੇ ਉਸ ਤੋਂ ਬਾਅਦ ਇਹਨਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਆਤੂ ਦੀਆਂ ਬੇਇਨਸਾਫੀਆਂ ਦੀਆਂ ਗੱਲਾਂ ਸੁਣ ਕੇ ਮਾਸਟਰ ਨੂੰ ਵੀ ਆਪਣੇ ਨਾਲ ਹੋਈ ਬੇਇਨਸਾਫੀ ਦੀ ਗੱਲ ਯਾਦ ਆ ਜਾਂਦੀ ਹੈ।
ਕਿ ਕਿਸ ਤਰ੍ਹਾਂ ਉਸ 'ਤੇ ਉਸ ਦੇ ਨਾਲ ਦੇ ਸਾਥੀਆਂ 'ਤੇ ਝੂਠੇ ਇਲਜ਼ਾਮ ਲਾ ਕੇ ਉਸ ਦੀ ਬਦਲੀ ਕਰਵਾ ਦਿੱਤੀ ਗਈ ਸੀ। ਹੁਣ ਮਾਸਟਰ 'ਤੇ ਇਲਜ਼ਾਮ ਕੀ ਲਾਤਾ ਸੀ ਵੀ ਇਹ ਗਲਤ ਇਸ਼ਾਰੇ ਕਰਦੇ, ਇਹ ਪੜ੍ਹਾਉਂਦੇ ਨਹੀਂ, ਬੱਚਿਆਂ ਨੂੰ ਭੜਕਾਉਂਦੇ ਹੈ। ਇਸ ਤਰ੍ਹਾਂ ਦੇ ਉਹਨਾਂ 'ਤੇ ਗਲਤ ਇਲਜ਼ਾਮ ਲਾ 'ਤੇ ਮਾਸਟਰ ਨੇ ਬਹੁਤ ਕੋਸ਼ਿਸ਼ ਕੀਤੀ, ਬਹੁਤ ਉਹਨਾਂ ਨੇ ਤਰਲੇ ਕੀਤੇ ਵੀ ਅਸੀਂ ਇਸ ਤਰ੍ਹਾਂ ਨਹੀਂ, ਪਰ ਉਹਨਾਂ ਦੀ ਇੱਕ ਨਾ ਸੁਣੀ ਗਈ। ਉਹਨਾਂ ਦਾ ਉੱਥੋਂ ਤਬਾਦਲਾ ਕਰ ਦਿੱਤਾ ਗਿਆ। ਗੱਲਾਂ ਕਰਦੇ ਕਰਦੇ ਦੋਵੇਂ ਸ਼ਰਾਬੀ ਹੋ ਚੁੱਕੇ ਸਨ, ਪਰ ਮਾਸਟਰ ਆਤੂ ਨੂੰ ਕਹਿੰਦਾ ਹੈ ਕਿ ਬੰਦੇ ਨੂੰ ਉਸ ਨਾਲ ਹੋਈ ਬੇਇਨਸਾਫੀ ਹਰਾ ਦਿੰਦੀਆਂ ਹਨ, ਪਰ ਉਹ ਵੈਸੇ ਨਹੀਂ ਹਾਰਦਾ। ਮਾਸਟਰ ਇਨਸਾਫ ਪਾਉਣ ਲਈ ਕਚਹਿਰੀਆਂ 'ਚ ਫਿਰਦਾ ਰਿਹਾ, ਪਰ ਉਸਦੀ ਕਿਸੇ ਨੇ ਨਾ ਸੁਣੀ ਤੇ ਨਾ ਹੀ ਕਿਸੇ ਨੇ ਮੰਨੀ। ਅੰਤ ਉਹ ਹਾਰ ਜਾਂਦਾ ਹੈ ਤੇ ਉਹ ਕਿਸੇ ਹੋਰ ਸਕੂਲ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ। ਆਤੂ ਮਾਸਟਰ ਨੂੰ ਦੱਸਦਾ ਹੈ ਕਿ ਉਹ ਹਾਰਦਾ ਨਹੀਂ ਸੀ, ਉਸ ਦੀਆਂ ਤਾਂ ਧੀਆਂ ਦੇ ਦੁੱਖ ਨੇ ਉਹਨੂੰ ਹਰਾ ਦਿੱਤਾ। ਉਹਦੇ ਮੁੰਡਾ ਉਸਨੂੰ ਰੱਬ ਨੇ ਕੋਈ ਨਾ ਦਿੱਤਾ ਤੇ ਉਸਨੇ ਮਿਹਨਤ ਕਰਕੇ ਮਸਾਂ ਕੁੜੀਆਂ ਨੂੰ ਪੜ੍ਹਾਇਆ ਸੀ ਤੇ ਪਰ ਉਹ ਵੀ ਉਸੇ ਦੇ ਬੂਹੇ 'ਤੇ ਆ ਕੇ ਬਹਿ ਗਈਆਂ ਸਨ। ਉਹ ਮਾਸਟਰ ਨੂੰ ਦੱਸਦਾ ਹੈ ਕਿ ਇੱਕ ਨੂੰ ਤਾਂ ਉਹ ਆਪ ਹੀ ਆਪਣੇ ਹੱਥੋਂ ਰੰਡੀ ਕਰਕੇ ਆਇਆ ਸੀ। ਆਤੂ ਆਪਣੇ ਜ਼ਮਾਨੇ ਦਾ ਮਸ਼ਹੂਰ ਖੋਜੀ ਸੀ। ਉਸ ਦੇ ਚਰਚੇ ਆਸੇ-ਪਾਸੇ ਦੇ ਪਿੰਡਾਂ ਵਿੱਚ ਵੀ ਸੀ। ਇੱਕ ਵਾਰ ਨੌਰਿਆਂ ਦੀ ਮੱਝ ਚੋਰੀ ਹੋ ਗਈ ਤੇ ਚੋਰ ਮੱਝ ਵੀ ਲੈ ਗਏ ਤੇ ਉਹਨਾਂ ਦੇ ਬੁੜੇ ਦੇ ਸਿਰ ਵਿੱਚ ਡਾਂਗ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਇਸ ਮਾਮਲੇ ਦੀ ਬਹੁਤ ਛਾਣਬੀਣ ਹੋਈ, ਪਰ ਪੁਲਿਸ ਨੂੰ ਕੋਈ ਸੁਰਾਗ ਨਾ ਮਿਲਿਆ। ਫਿਰ ਆਤੂ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਪੈੜ ਲੱਭਦਾ ਗੱਜੂਪੁਰੇ ਪਿੰਡ ਵਿੱਚ ਤੋਂ ਅਗਾਂਹ ਨਹੀਂ ਗਿਆ ਤੇ ਉਸਨੇ ਦੱਸਤਾ ਕਿ ਚੋਰ ਇਸੇ ਪਿੰਡ ਵਿੱਚ ਹੈ। ਆਤੂ ਨੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰਕੇ ਅਨਾਉਂਸਮੈਂਟ ਕਰਵਾ ਦਿੱਤੀ ਕਿ ਪਿੰਡ ਦੇ 18 ਸਾਲਾਂ ਤੋਂ ਉੱਤੇ ਵਾਲੇ ਬੰਦਿਆਂ ਦੀ ਪੈੜ ਵੇਖੀ ਜਾਵੇਗੀ। ਇਹ ਵੀ ਅਖਵਾ ਦਿੱਤਾ ਕਿ ਜਿਹੜਾ ਘਰੇ ਰਹਿ ਜਾਵੇਗਾ ਉਸ ਨੂੰ ਚੋਰ ਮੰਨ ਲਿਆ ਜਾਵੇਗਾ। ਇਹ ਹੁਕਮ ਸੁਣ ਕੇ ਸਾਰੇ ਪਿੰਡ ਇਕੱਠਾ ਹੋ ਗਿਆ। ਆਤੂ ਨੇ ਇੱਕ ਇੱਕ ਕਰਕੇ ਸਾਰੇ ਪਿੰਡ ਦੇ ਲੋਕਾਂ ਦੀ ਪੈੜ ਦੇਖੀ, ਪਰ ਉਹਨੂੰ ਚੋਰ ਨਾ ਮਿਲਿਆ। ਪਰ ਆਤੂ ਦਾ ਜਮਾਈ, ਜੋ ਕਿ ਉਸ ਪਿੰਡ ਦਾ ਹੀ ਸੀ, ਜੋ ਹੱਥ 'ਚ ਝਾੜੂ ਲੈ ਕੇ ਲੋਕਾਂ ਦੀਆਂ ਪੈੜਾਂ ਮਿਟਾ ਰਿਹਾ ਸੀ, ਤੇ ਕਿਸੇ ਦਾ ਧਿਆਨ ਉਸ 'ਤੇ ਨਾ ਗਿਆ। ਆਤੂ ਨੇ ਫਿਰ ਆਪਣੇ ਜਵਾਈ ਨੂੰ ਤੁਰ ਕੇ ਦਿਖਾਉਣ ਲਈ ਕਿਹਾ, ਤਾਂ ਜਦੋਂ ਆਤੂ ਨੇ ਆਪਣੇ ਜਮਾਈ ਦੀ ਪੈੜ ਵੇਖੀ ਤਾਂ ਉਸ ਦੀ ਪੈੜ ਦੇਖ ਕੇ ਆਤੂ ਦਾ ਸਿਰ ਚਕਰਾਉਣ ਲੱਗ ਪਿਆ, ਜਿਵੇਂ ਕਿ ਉਸ ਦੇ ਸਿਰ 'ਤੇ ਬੰਬ ਸੁੱਟਿਆ ਗਿਆ ਹੋਵੇ। ਉਹ ਸਿਰ ਫੜ ਕੇ ਬਹਿ ਗਿਆ। ਆਤੂ ਨੇ ਪਹਿਲਾਂ ਤਾਂ ਸੋਚਿਆ ਕਿ ਨੌਰਿਆਂ ਦੀ ਮੱਝ ਕਿਹੜੀ 10 ਨੌਹਾਂ ਦੀ ਕਿਰਤ ਕਮਾਈ ਹੈ, ਉਹਨਾਂ ਨੇ ਤਾਂ ਗਰੀਬ ਗੁੱਦੜ ਨੂੰ ਨਾਲ ਗਰੀਬਮਾਰ ਕੀਤੀ ਹੈ। ਜੇ ਚੋਰ ਨਾ ਵੀ ਫੜਿਆ ਗਿਆ ਤਾਂ ਉਹਨਾਂ ਨੂੰ ਕੀ ਫਰਕ ਪੈਣਾ ਹੈ। ਉਸ ਦੇ ਅੱਖਾਂ ਸਾਹਮਣੇ ਉਸ ਦੀ ਧੀ ਦਾ ਸਿਹਰਾ ਵੀ ਆਇਆ, ਪਰ ਉਹ ਸਭ ਕੁਝ ਜਾਣਨ ਦੇ ਬਾਵਜੂਦ ਵੀ ਆਤੂ ਆਪਣੇ ਧਰਮ ਤੋਂ ਪਿੱਛੇ ਨਹੀਂ ਸੀ ਹਟ ਸਕਦਾ। ਉਹ ਆਪਣੇ ਕੰਮ ਨਾਲ ਬੇਈਮਾਨੀ ਨਹੀਂ ਸੀ ਕਰ ਸਕਦਾ। ਇੰਜ ਕਰਨ ਦੀ ਉਸਦੇ ਜ਼ਮੀਰ ਨੇ ਉਸਨੂੰ ਇਜਾਜ਼ਤ ਨਾ ਦਿੱਤੀ।
ਉਸਨੇ ਆਪਣੇ ਜਮਾਈ ਨੂੰ ਪਿੰਡ ਵਾਲਿਆਂ ਦੇ ਹਵਾਲੇ ਕਰ ਦਿੱਤਾ ਤੇ ਆਪ ਉੱਥੋਂ ਭੱਜ ਆਇਆ। ਪਰ ਬਾਅਦ ਵਿੱਚ ਇੱਕ ਸਹੁਰੇ ਦਾ ਫਰਜ਼ ਵੀ ਉਸਨੇ ਪੂਰਾ ਕੀਤਾ। ਉਹ ਉਸਨੂੰ ਉਹਨਾਂ ਤੋਂ ਬਚਾਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਇਹ ਸਭ ਦੱਸਦੇ ਆਤੂ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਲੱਗਦੇ ਆੜ 'ਚੋਂ ਪਾਣੀ ਲੈ ਕੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਮਾਸਟਰ ਉਸਨੂੰ ਕਹਿੰਦਾ ਹੈ, ਤਾਇਆ ਤੂੰ ਆਪਣੇ ਜਮਾਈ ਨੂੰ ਬਚਾ ਵੀ ਸਕਦਾ ਸੀ, ਤੈਨੂੰ ਕੀ ਲੋੜ ਸੀ ਉਸਨੂੰ ਫੜਾਉਣ ਦੀ। ਤਾਂ ਆਤੂ ਉਸਨੂੰ ਕਹਿੰਦਾ ਹੈ, ਆਪਣੇ ਵੱਲੋਂ ਤਾਂ ਮੈਂ ਠੀਕ ਕੀਤਾ, ਬਾਕੀ ਤੂੰ ਜ਼ਿਆਦਾ ਸਿਆਣਾ ਹੈ, ਤੂੰ ਦੱਸ ਮੈਂ ਠੀਕ ਕੀਤਾ। ਆਤੂ ਨੇ ਉਲਟਾ ਸਵਾਲ ਕਰ ਉਸਨੂੰ ਚੁੱਪ ਕਰਵਾ ਦਿੱਤਾ। ਇਹ ਸੀ ਆਪਣਾ ਕਹਾਣੀ ਸੰਸਾਰ ਦਾ 10ਵਾਂ ਪਾਠ, ਆਤੂ ਖੋਜੀ। ਧੰਨਵਾਦ।